ਸਤਨਾਮ। ਵਾਹਿਗੁਰੂ ਸਾਹਿਬ ਜੀ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਨਾਏ ਜਿਉ। ਮੈਂ ਆਸਾ ਰੱਖੀ ਚਿੱਤ ਮਹਿ, ਮੇਰਾ ਸਭੋ ਦੁੱਖ ਗਵਾਏ ਜਿਉ। ਸੋਏ ਸੁਣੰਦੜੀ ਮੇਰਾ ਮਨ ਤਨ ਮੌਲਾ, ਨਾਮ ਜਪੰਦੜੀ ਲਾਲੀ। ਪੰਦ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੈਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੈਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਜਿਸ ਜਲ ਨਿਤ ਕਾਰਨ ਤੁਮ ਜਾਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡਹੁ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਧੰਨ 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 ਸਤਿਗੁਰੂ। ਚਵਰ ਤਖਤਾਂ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਏਮਾਨ। ਹਾਜ਼ਰਾ ਹਜੂਰ ਜਾਹਰਾ ਜਹੂਰ, ਸਰਬ ਕਲਾ ਭਰਪੂਰ। ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਜੀਆਂ ਦੀ ਕਿਰਪਾ ਦੇ ਸਦਕਾ ਸੰਧਿਆ ਵੇਲਾ ਦਾ ਸਮਾਂ ਹੋਇਆ ਹੈ, ਜੋ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਲੜੀਵਾਰ ਸ੍ਰੀ ਹੁਕਮਨਾਮੇ ਸਾਹਿਬ ਜੀ ਦੀ ਕਥਾ ਵਿਚਾਰ ਪ੍ਰਾਰੰਭ ਕੀਤੀ ਹੈ। ਆਪ ਜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਮੁਖਾਰਬਿੰਦ ਤੋਂ ਸ਼ਬਦ ਸਰਵਣ ਕੀਤਾ ਹੈ। ਆਓ ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਨੂੰ ਇਕਾਗਰਤਾ ਬਖਸ਼ਿਸ਼ ਕਰਨ। ਦਾਸਾਂ ਦੇ ਸਿਰ ਉੱਪਰ ਮਿਹਰਾਂ ਭਰਿਆ ਹੱਥ ਰੱਖ ਕੇ ਆਪ ਇਸ ਪਾਵਨ ਵਿਚਾਰ ਦੀ ਬਖਸ਼ਿਸ਼ ਕਰਦੇ ਨੇ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਆਓ ਆਪਾਂ ਸੁਣਨਾ ਕਰੀਏ, ਤਾਂ ਜੋ ਸਾਨੂੰ ਵੀ ਮਨਮੁਖੀ ਕਲਯੁਗੀ ਜੀਵਾਂ ਨੂੰ ਗੁਰਬਾਣੀ ਦੀ ਸਮਝ ਸੋਝੀ ਆ ਜਾਵੇ ਕਿ ਗੁਰਬਾਣੀ ਸਾਨੂੰ ਕੀ ਸਿੱਖਿਆ ਦੇ ਰਹੀ ਹੈ, ਅਸੀਂ ਕਿਸ ਰਾਹ ਦੇ ਉੱਪਰ ਚੱਲ ਰਹੇ ਹਾਂ, ਜਾਂ ਸਾਡਾ ਮਾਰਗ ਕੀ ਹੈ, ਅਸੀਂ ਕਿਹੜੀ ਚੀਜ਼ ਪ੍ਰਾਪਤ ਕਰਨੀ ਹੈ। ਸਾਨੂੰ ਸਤਿਗੁਰੂ ਜੀ ਦੱਸਣਗੇ ਕਿ ਇਸ ਜੱਗ ਦੇ ਅੰਦਰ ਤੂੰ ਕਾਹਦੇ ਵਾਸਤੇ ਆਇਆ ਹੈ, ਤੂੰ ਕੰਮ ਕਿਹੜੇ ਕਰ ਰਿਹਾ ਹੈ, ਜਾਂ ਤੇਰਾ ਮਨੋਰਥ ਕੀ ਬਣਿਆ ਹੈ, ਪਰ ਤੈਨੂੰ ਕਰਨਾ ਕੀ ਚਾਹੀਦਾ ਹੈ। ਸਤਿਗੁਰੂ ਜੀ ਸਾਨੂੰ ਇਸ ਪਾਵਨ ਸ਼ਬਦ ਦੇ ਅੰਦਰ ਇਹ ਸਮਝਾਉਣਾ ਕਰਨਗੇ। ਆਓ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਇਕਾਗਰ ਚੀਤ ਹੋ ਕਰਕੇ ਸਰਵਣ ਕਰਨਾ ਕਰੀਏ। ਸਭ ਤੋਂ ਪਹਿਲਾਂ ਆਪਣੀ ਹਾਜ਼ਰੀ ਲਗਵਾਈਏ ਜੀ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਹੈ ਸੋਰਠ ਰਾਗ ਦੇ ਅੰਦਰ। ਇਸ ਨੂੰ ਰਾਗਮਾਲਾ ਦੇ ਅੰਦਰ ਮਹਾਰਾਜ ਜੀਆਂ ਨੇ ਰਾਗਨੀ ਵੀ ਦੱਸਿਆ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਅੰਗ 579 ਉੱਪਰ ਸੁਭਾਏਮਾਨ ਹੈ, 98 ਉੱਪਰ ਸੁਭਾਏਮਾਨ ਹੈ। ਆਓ ਸਤਿਗੁਰੂ ਜੀ ਕੀ ਬਖਸ਼ਿਸ਼ਾਂ ਕਰ ਰਹੇ ਨੇ, ਸਰਵਣ ਕਰਨਾ ਕਰੀਏ ਜੀ। ਇਸ ਜਲ ਨਿਤ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਸਾਡੇ ਜੀਵਾਂ ਦੇ ਉੱਪਰ ਕਿ ਜਿਸ ਜਲ ਨਿਤ ਕਾਰਨ ਤੁਮ ਜਗ ਆਏ। ਸਾਨੂੰ ਮਨੁੱਖਾਂ ਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਹੇ ਭਾਈ, ਹੇ ਜੀਵ, ਤੂੰ ਕਿਹੜੇ ਕੰਮ ਵਾਸਤੇ ਇਸ ਮਾਤ ਲੋਕ ਦੇ ਉੱਪਰ ਆਪਣਾ ਜੀਵਨ ਧਾਰਨ ਕਰਕੇ ਆਇਆ। ਜਿਸ ਜਲ ਨਿਧ, ਕਿਹੜਾ ਉਹ ਜਲ ਹੈ, ਕਿਹੜੀ ਅੰਮ੍ਰਿਤ ਦੀ ਬੂੰਦ ਹੈ ਜਿਹੜੀ ਤੂੰ ਲੈਣ ਵਾਸਤੇ ਆਇਆ। ਤੁਮ ਜਗ ਆਏ, ਤੁਸੀਂ ਆਏ ਹੋ ਕਿਹੜੀ ਪ੍ਰਾਪਤ ਕਰਨ ਵਾਸਤੇ, ਕਿਹੜੀ ਵਸਤੂ ਜਾਂ ਕਿਹੜਾ ਤੁਹਾਡਾ ਮਨੋਰਥ ਹੋਵੇ। ਸੋ ਅੰਮ੍ਰਿਤ ਗੁਰ ਪਾਹੀ ਜੀਓ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਜਲ ਤੁਸੀਂ ਨਾਮ ਰੂਪੀ ਜਲ ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਸਿਮਰਨ ਕਰਨਾ, ਇਹ ਜਿਹੜਾ ਜਲ ਤੁਸੀਂ ਪ੍ਰਾਪਤ ਕਰਨ ਵਾਸਤੇ ਆਏ ਹੋ ਨਾ, ਇਹ ਹੋਰ ਕਿਤੇ ਪਾਸੋਂ ਪ੍ਰਾਪਤ ਨਹੀਂ ਹੋਣਾ। ਇੱਥੇ ਸਤਿਗੁਰੂ ਜੀਆਂ ਨੇ ਲਿਖਿਆ ਸੋ ਅੰਮ੍ਰਿਤ ਗੁਰ ਪਾਹੀ ਜੀਓ। ਇਹ ਜਿਹੜਾ ਨਾਮ ਰੂਪੀ ਖਜ਼ਾਨਾ ਹੈ, ਇਹ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ ਨਾ, ਇਹ ਸਿਰਫ ਗੁਰੂ ਤੋਂ ਬਿਨਾਂ ਹੋਰ ਕਿਤੇ ਉਹ ਮਿਲ ਨਹੀਂ ਸਕਦਾ। ਜਿਸ ਅੰਮ੍ਰਿਤ ਦੇ ਖਜ਼ਾਨੇ ਦੀ ਖਾਤਰ ਤੁਸੀਂ ਜਗਤ ਵਿੱਚ ਆਏ ਹੋ, ਜਿਹਨੂੰ ਤੁਸੀਂ ਭਾਲਦੇ ਹੋਏ ਆਏ ਹੋ, ਸਤਿਗੁਰੂ ਜੀ ਕਹਿੰਦੇ ਨੇ ਉਹ ਅੰਮ੍ਰਿਤ ਜਿਹੜਾ ਹੈ ਗੁਰੂ ਪਾਸੋਂ ਪ੍ਰਾਪਤ ਹੋਣਾ ਹੈ। ਉਹ ਅੰਮ੍ਰਿਤ ਇੱਥੇ ਨਾਮ ਦੀ ਗੱਲ ਕਰਦੇ ਨੇ, ਨਾਮ ਰੂਪੀ ਅੰਮ੍ਰਿਤ ਦੀ ਗੱਲ ਕਰ ਰਹੇ ਨੇ। ਸਤਿਗੁਰੂ ਜੀ ਅੱਗੇ ਕਿਰਪਾ ਕਰਨ ਜੇ। ਛੋਟਹੁ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਕਿ ਛੋਡੋ ਵੇਸ, ਜਿਹੜਾ ਅਸੀਂ ਪਹਿਰਾਵਾ ਹੈ ਨਾ, ਸਤਿਗੁਰੂ ਜੀ ਕਹਿੰਦੇ ਨੇ ਪਹਿਰਾਵੇ ਦੇ ਵਿੱਚ ਕੁਝ ਨਹੀਂ ਹੈ। ਬੰਦੇ ਦੀ ਆਤਮਿਕ ਅਵਸਥਾ ਉੱਚੀ ਹੋਣੀ ਚਾਹੀਦੀ ਹੈ, ਉੱਚਾ ਜੀਵਨ ਹੋਣਾ ਚਾਹੀਦਾ ਹੈ। ਪਹਿਰਾਵੇ ਦੇ ਨਾਲ ਕੋਈ ਸੰਤ ਨਹੀਂ ਬਣ ਜਾਂਦਾ, ਪਹਿਰਾਵੇ ਦੇ ਨਾਲ ਕੋਈ ਮਹਾਂਪੁਰਸ਼, ਕੋਈ ਜੋਗੀ ਨਹੀਂ ਬਣ ਜਾਂਦਾ। ਪਹਿਰਾਵੇ ਦੀ ਤੇ ਇੱਕ ਖੇਡ ਹੈ, ਇਹ ਤੇ ਲੋਕ ਦਿਖਾਈ ਹੈ। ਸਤਿਗੁਰੂ ਜੀ ਕਹਿੰਦੇ ਨੇ ਛੋਡੋ ਵੇਸ ਭੇਖ ਚਤੁਰਾਈ। ਭੇਖ ਜਿਹੜੇ ਆਪਾਂ ਭੇਖ ਕਰਦੇ ਆ, ਆਪਾਂ ਕਹਿ ਲਈਏ ਕਿ ਅਸੀਂ ਧਾਰਮਿਕ ਕੰਮਾਂ ਦੇ ਲਈ ਜਾਂ ਧਾਰਮਿਕ ਕਾਰਜਾਂ ਲਈ ਬੜੀ ਅਗਵਾਈ ਕਰਦੇ ਆ। ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਭੇਖ ਨੇ ਨਾ, ਆਪਣੇ ਮਨ ਦੀਆਂ ਜਿਹੜੀਆਂ ਚਲਾਕੀਆਂ ਨੇ, ਇਹ ਤੂੰ ਛੱਡ ਦੇ। ਦੁਬਿਧਾ ਇਹੋ ਫਲ ਨਾਹੀ ਜੀਓ। ਦੁਬਿਧਾ ਹੁੰਦਾ ਜੀ ਦੋ ਪੱਖੀ ਹੋਣਾ, ਫਸ ਜਾਣਾ ਦੋ ਤਰੀਕਿਆਂ ਦੇ ਨਾਲ। ਇੱਕ ਮਨ ਇੱਧਰ ਭਟਕਣਾ, ਇੱਕ ਦੂਜੇ ਪਾਸੇ ਵੀ ਜਾਣਾ। ਇੱਕ ਤੇ ਇੱਥੇ ਖਿਆਲ ਹੈ, ਇੱਕ ਹੋਰ ਕਿਤੇ ਜਾ ਕਰਕੇ ਟਿਕਿਆ, ਉਹ ਹੈ ਦੁਬਿਧਾ ਵਿੱਚ ਮਨ। ਪਰ ਸਤਿਗੁਰੂ ਜੀ ਕਹਿੰਦੇ ਨੇ ਦੁਬਿਧਾ ਇਹੋ ਫਲ ਨਾਹੀ ਜੀਓ। ਦੁਬਿਧਾ ਤੋਂ ਬਗੈਰ ਜਿਹੜਾ ਇਹ ਫਲ ਦੀ ਜਿਹੜੀ ਤੈਨੂੰ ਪ੍ਰਾਪਤੀ ਨਹੀਂ ਹੋਣੀ, ਜੇ ਤੂੰ ਦੁਬਿਧਾ ਦੇ ਵਿੱਚ ਰਵੇਂਗਾ। ਇਹ ਜਿਹੜੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਹੜਾ ਅੰਮ੍ਰਿਤ ਰੂਪੀ ਨਾਮ ਖਜ਼ਾਨਾ ਲੈਣ ਵਾਸਤੇ ਆਇਆ ਹੈ ਨਾ, ਇਸ ਦੇ ਅੰਦਰ ਜੇ ਤੇ ਤੇਰੇ ਮਨ ਦੇ ਅੰਦਰ, ਤੇਰੇ ਹਿਰਦੇ ਦੇ ਅੰਦਰ ਦੁਬਿਧਾ ਹੈ, ਤੇਰਾ ਮਨ ਦੋ ਪੱਖੀ ਭਟਕਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਫੇਰ ਤੋਂ ਇਹ ਮਤ ਭੁੱਲ ਜਾ ਕਿਤੇ ਕਿ ਤੈਨੂੰ ਇਹ ਖਜ਼ਾਨੇ ਦੀ ਪ੍ਰਾਪਤੀ ਹੋ ਜਾਵੇਗੀ। ਦੁਬਿਧਾ ਇਹ ਫਲ ਨਾਹੀ ਜੀਓ। ਜੇਕਰ ਦੁਬਿਧਾ ਦੇ ਵਿੱਚ ਰਹੇਗਾ ਤੇ ਇਹ ਤੈਨੂੰ ਫਲ ਜਿਹੜਾ ਹੈ ਨਾ, ਉਹ ਪ੍ਰਾਪਤ ਨਹੀਂ ਹੋਣਾ। ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ। ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਸਤਿਗੁਰੂ ਬੜੀ ਬਖਸ਼ਿਸ਼ ਕਰ ਰਹੇ ਨੇ। ਜੇਕਰ ਆਪਾਂ ਦੁਬਿਧਾ ਵਿੱਚ ਪੈਨੇ ਆ, ਮਨ ਦੇ ਨਾਲ ਸਾਡਾ ਮਨ ਭਟਕਦਾ ਹੈ, ਇੱਥੇ ਮਾਲਕ ਜੀ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਰਹੇ ਨੇ ਕਿ ਮਨ ਰੇ, ਸਾਡਾ ਮਨ ਜਿਹੜਾ ਹੈ ਇਹ ਦੋ ਪੱਖੀ ਹੁੰਦਾ ਹੈ ਨਾ, ਇਹੀ ਦੁਬਿਧਾ ਦੇ ਵਿੱਚ ਪੈਂਦਾ। ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰ ਰਹੇ ਨੇ ਬੇਨਤੀ ਰੂਪ ਕਿ ਮਨ ਰੇ, ਇਹ ਮੇਰੇ ਮਨਾ, ਥਿਰ ਰਹੋ ਮਤ ਕਤ ਜਾਹੀ ਜੀਓ। ਥਿਰ ਰਹੋ ਤੋਂ ਭਾਵ ਇੱਕ ਥਾਂ ਟਿਕ ਕਰਕੇ ਰਹਿ, ਕਿਤੇ ਭੜਕਦਾ ਨਾ ਫਿਰ।
ਪਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਮਨ ਨੂੰ ਟਿਕਾ ਕਰਕੇ ਰੱਖ। ਥਿਰ ਰਹੋ ਤੋਂ ਭਾਵ ਇੱਕ ਥਾਂ ਰਹਿਣਾ, ਇੱਕ ਥਾਂ ਟਿਕ ਜਾਣਾ, ਟਿਕਾਣਾ ਪੱਕਾ ਬਣ ਜਾਣਾ। ਮਤ ਕਤ ਜਾਹੀ ਜੀਓ, ਕਿਤੇ ਐਵੇਂ ਬਾਹਰ ਨਾ ਭਟਕਦਾ ਫਿਰੀ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਹੋਰ ਵੀ ਕਿਸੇ ਪਾਸੋਂ ਕੋਈ ਦਾਤ ਪ੍ਰਾਪਤ ਕਰ ਲਵਾਂ ਜਾਂ ਹੋਰ ਕੁਝ ਪ੍ਰਾਪਤ ਕਰ ਲਵਾਂ। ਸਤਿਗੁਰੂ ਜੀ ਕਹਿੰਦੇ ਨੇ ਨਹੀਂ, ਮਨ ਰੇ ਥਿਰ ਰਹੋ, ਇੱਕ ਥਾਂ ਟਿਕ ਕਰਕੇ, ਇੱਕ ਥਾਂ ਆਪਣਾ ਟਿਕਾਣਾ ਬਣਾ ਕਰਕੇ ਰਹਿਣਾ ਕਰ। ਕਿਉਂਕਿ ਜੇ ਦੋ ਪੱਖੀ ਮਨ ਹੋਇਆ, ਜਿਹੜਾ ਬੰਦਾ ਦੋ ਪੈੜੀਆਂ ਬੇੜੀਆਂ ਦੇ ਅੰਦਰ ਪੈਰ ਰੱਖਦਾ ਹੈ ਉਹ ਡੁੱਬਦਾ ਹੈ। ਜਦੋਂ ਇੱਕ ਪੈਰ ਗਾਂਹ ਪਿਛਾਂ ਹੋ ਗਿਆ ਉਹਨੇ ਡੁੱਬ ਜਾਣਾ। ਜਿਹੜਾ ਇੱਕ ਬੇੜੀ ਦੇ ਅੰਦਰ ਬੈਠਾ ਹੈ, ਇੱਕ ਬੇੜੀ ਦੇ ਅੰਦਰ ਤੈਰ ਰਿਹਾ, ਉਹਨੇ ਨਹੀਂ ਡੁੱਬਣਾ। ਜਿਨੇ ਦੋ ਪੱਖੀ ਮਨ ਕੀਤੇ ਜਾਂ ਦੋ ਵਿਚਾਰਾਂ ਆਪਣੀਆਂ ਮਨ ਦੇ ਅੰਦਰ ਰੱਖੀਆਂ ਕਿ ਨਹੀਂ ਜੀ ਆਹ ਵੀ ਕੰਮ ਨਹੀਂ ਸਹੀ, ਮੈਂ ਆਹ ਕਰਾਂ ਜਾਂ ਆਹ ਕਰਾਂ, ਇਹ ਨਹੀਂ। ਜੇ ਇੱਕ ਕੰਮ ਕਰਨਾ, ਇੱਥੇ ਸਤਿਗੁਰੂ ਜੀ ਕਹਿੰਦੇ ਨੇ ਮਨ ਨੂੰ ਐਸਾ ਟਿਕਾਣਾ, ਐਸੀ ਅਵਸਥਾ ਬਣ ਜਾਵੇ ਕਿ ਇੱਕ ਰਸ ਰਹਿਣਾ ਹੈ। ਦੂਸਰੀ ਗੱਲ, ਇੱਕ ਥਾਂ, ਇੱਕ ਟਿਕਾਣੇ ਦੇ ਉੱਪਰ, ਇੱਕ ਸਤਿਗੁਰੂ ਜੀਆਂ ਦੇ ਉੱਪਰ ਭਰੋਸਾ, ਵਿਸ਼ਵਾਸ, ਦ੍ਰਿੜ ਨਿਸ਼ਚਾ, ਉਹਨੂੰ ਸਤਿਗੁਰੂ ਜੀ ਕਹਿ ਰਹੇ ਨੇ ਆਪਣਾ ਜਿਹੜਾ ਮਨ ਹੈ ਨਾ ਉਹ ਗੁਰੂ ਚਰਨਾਂ ਦੇ ਵਿੱਚ ਟਿਕਾ ਕਰਕੇ ਰੱਖਣਾ ਹੈ। ਇਹ ਜਿਹੜਾ ਨਾਮ ਰੂਪੀ ਫਲ ਹੈ ਇਹ ਪ੍ਰਾਪਤ ਹੋਰ ਕਿਸੇ ਪਾਸੋਂ ਨਹੀਂ ਹੁੰਦਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਉਹ ਕਿੱਥੋਂ ਪ੍ਰਾਪਤ ਹੁੰਦਾ ਹੈ? ਸੋ ਅੰਮ੍ਰਿਤ ਗੁਰ ਪਾਹੀ ਜੀਓ, ਉਹ ਗੁਰੂ ਦੇ ਪਾਸੋਂ ਹੀ ਅੰਮ੍ਰਿਤ ਰੂਪ ਦੇ ਅੰਦਰ ਇਹ ਜਨ ਸਾਨੂੰ ਪ੍ਰਾਪਤੀ ਹੁੰਦੀ ਹੈ। ਜੇਕਰ ਅਸੀਂ ਕਹੀਏ ਜੀ ਅਸੀਂ ਗੁਰਦੁਆਰਾ ਸਾਹਿਬ ਵੀ ਆਈਏ ਤੇ ਹੋਰ ਵੀ ਮੜੀਆਂ ਮਸਾਣਾਂ ਤੇ ਜਾ ਕਰਕੇ ਮੱਥੇ ਟੇਕਦੇ ਫਿਰੀਏ, ਜੇ ਅਸੀਂ ਦੋ ਬੇੜੀਆਂ ਦੇ ਵਿੱਚ ਆਪਣਾ ਪੈਰ ਰੱਖੀਏ, ਫਿਰ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਵੀ ਹੈ ਕਿ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜਾਓ, ਮੜੇ ਮਸਾਨ ਨਾ ਜਾਈ। ਦੁਬਿਧਾ ਦੇ ਵਿੱਚ ਨਹੀਂ ਪੈਣਾ। ਹਰ ਤੋਂ ਭਾਵ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਪੂਜਣਾ ਨਹੀਂ, ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਦੀ ਭਗਤ ਬੰਦਗੀ ਕਰਨੀ ਨਹੀਂ। ਇੱਕ ਥਾਂ ਤੇ ਮਨ ਨੂੰ ਟਿਕਾ ਕਰਕੇ, ਮਨ ਨੂੰ ਚਰਨਾਂ ਦੇ ਅੰਦਰ ਭੇਟ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਨਤੀ ਕਰ ਰਹੇ ਨੇ, ਮਤ ਕਤ ਜਾਹੀ ਜੀਓ, ਕਿਤੇ ਹੋਰ ਪਾਸੇ ਭਟਕਣਾ ਨਹੀਂ, ਫਿਰਨਾ। ਬਾਹਰ ਢੂੰਡਤ ਬਹੁਤ ਦੁਖ ਪਾਵਹਿ, ਘਰ ਅੰਮ੍ਰਿਤ ਘਟ ਮਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੇ। ਬਾਹਰੋਂ ਕੀ ਢੂੰਡਦਾ ਫਿਰਦਾ ਮੇਰੇ ਮਨਾ? ਬਾਹਰ ਕੀ ਹੈ? ਕਿਉਂਕਿ ਪਹਿਲੇ ਸਮਿਆਂ ਦੇ ਦੌਰਾਨ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਜੱਗ ਉੱਪਰ ਅਜੇ ਪ੍ਰਕਾਸ਼ ਨਹੀਂ ਸੀ ਨਾ ਹੋਇਆ, ਤੇ ਜੋਗੀ ਕੀ ਕਰਦੇ ਸੀ ਕਿ ਜੰਗਲਾਂ ਦੇ ਵਿੱਚ ਚਲੇ ਜਾਂਦੇ ਸੀ। ਉਹ ਕਹਿੰਦੇ ਸੀ ਅਸੀਂ ਜਤੀ ਹੋਣਾ ਲੋਕਾਂ ਤੋਂ ਦੂਰ ਜਾ ਕੇ, ਅਸੀਂ ਪ੍ਰਮਾਤਮਾ ਨੂੰ ਜੰਗਲਾਂ ਦੇ ਵਿੱਚੋਂ ਪ੍ਰਗਟ ਕਰਾਂਗੇ। ਐਸੇ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਸੀ। ਇੱਥੇ ਸਤਿਗੁਰੂ ਵੇਖੋ ਕਿੱਡਾ ਸੌਖਾ ਤਰੀਕਾ ਕਰ ਦਿੱਤਾ। ਸਤਿਗੁਰੂ ਜੀ ਕਹਿ ਰਹੇ ਨੇ ਬਾਹਰ ਢੂੰਡਤ ਬਹੁਤ ਤੁਕ ਪਾਵੇ। ਜੇ ਤੂੰ ਪ੍ਰਮਾਤਮਾ ਨੂੰ ਕਿਤੇ ਬਾਹਰ ਹੀ ਲੱਭਦਾ ਫਿਰਦਾ, ਕਿਉਂਕਿ ਪ੍ਰਮਾਤਮਾ ਦੇ ਅੰਦਰ ਹੈ ਨਾ ਸਾਡੇ, ਸਾਨੂੰ ਪ੍ਰਗਟ ਕਰਨ ਦੀ ਨਹੀਂ ਜਾਚ, ਸਾਨੂੰ ਵਿੱਚੋਂ ਲੱਭਣ ਦੀ ਨਹੀਂ ਜਾਚ। ਸਤਿਗੁਰੂ ਕਹਿੰਦੇ ਨੇ ਬਹੁਤ ਦੁੱਖ ਪਾਵੇਂਗਾ, ਤੇਰੇ ਉੱਪਰ ਬੜੇ ਕਸ਼ਟ ਵੀ ਆਉਣਗੇ ਜੇ ਤੂੰ ਭਾਲ ਕਰੇਂਗਾ ਪ੍ਰਮਾਤਮਾ ਦੀ ਕਿ ਪ੍ਰਮਾਤਮਾ ਕਿੱਥੇ ਹੈ। ਪ੍ਰਮਾਤਮਾ ਦੇ ਤੇਰੇ ਅੰਦਰ ਹੈ। ਘਰ ਅੰਮ੍ਰਿਤ ਘਟ ਮਾਹੀ ਜੀਓ। ਸਤਿਗੁਰੂ ਜੀ ਕਹਿੰਦੇ ਨੇ ਤੇਰੇ ਨਾਮ ਰੂਪੀ ਹਿਰਦੇ ਦੇ ਅੰਦਰ, ਤੇਰੇ ਹਿਰਦੇ ਦੇ ਅੰਦਰ ਉਸ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਿਹੜਾ ਹੈ ਨਾ ਉਹ ਵਸਿਆ ਹੋਇਆ। ਜੇ ਤੂੰ ਬਾਹਰ ਢੂੰਡਣ ਲੱਗ ਗਿਆ, ਲੱਭਣ ਲੱਗ ਪਿਆ ਤਾਂ ਬੜੇ ਦੁੱਖ ਪਾਏਗਾ, ਬੜੇ ਕਸ਼ਟ ਝੱਲਣੇ ਪੈਣਗੇ। ਇਹ ਤੇ ਅਟਲ ਆਤਮਿਕ ਜੀਣ ਵਾਲਾ ਰਸ ਤੇਰੇ ਘਰ ਦੇ ਵਿੱਚ, ਭਾਵ ਤੇਰੇ ਹਿਰਦੇ ਦੇ ਵਿੱਚ ਹੈ। ਇਹ ਤੂੰ ਇੱਥੋਂ ਹੀ ਪ੍ਰਗਟ ਜੋ ਸਤਿਗੁਰ ਕਹਿੰਦੇ ਨੇ ਸਭ ਮੈਂ ਜੋਤ ਜੋਤ ਹੈ ਸੋਏ, ਕਿ ਉਹ ਪ੍ਰਮਾਤਮਾ ਦੀ ਜੋਤ ਤੇ ਸਭਨਾਂ ਦੇ ਅੰਦਰ ਹੈ। ਪ੍ਰਮਾਤਮਾ ਵਾਹਿਗੁਰੂ ਤੇ ਸਭਨਾਂ ਦੇ ਅੰਦਰ ਵਸ ਰਿਹਾ ਹੈ। ਇੱਕ ਮਨਮੁਖ ਦੇ ਅੰਦਰ ਵੀ ਪ੍ਰਮਾਤਮਾ ਵਸ ਰਿਹਾ। ਜਿਹੜਾ ਬੁਰੇ ਕਰਮ ਕਰਦਾ ਉਹਦੇ ਅੰਦਰ ਵੀ ਪ੍ਰਮਾਤਮਾ ਹੈ, ਪਰ ਉਹਨੂੰ ਜਾਣਨ ਦੀ ਜਾਚ ਨਹੀਂ, ਉਹਨੂੰ ਸਮਝਣ ਦੀ ਜਾਚ ਨਹੀਂ, ਕਿਉਂਕਿ ਉਹਦੇ ਅੰਦਰ ਦਇਆ ਨਹੀਂ ਹੈ, ਧਰਮ ਨਹੀਂ ਹੈ, ਸੰਤੋਖ ਨਹੀਂ ਹੈ, ਪ੍ਰਮਾਤਮਾ ਦਾ ਭੈ ਡਰ ਨਹੀਂ ਹੈ। ਇੱਥੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿਤੇ ਬਾਹਰ ਨਾ ਲੱਭਦਾ ਫਿਰੀ, ਪ੍ਰਮਾਤਮਾ ਤੇਰੇ ਅੰਦਰ ਹੈ। ਠਹਿਰਾਓ ਦੇ ਕਰਕੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ। ਦੇਖੋ ਸਤਿਗੁਰੂ ਕਹਿੰਦੇ ਨੇ ਅਵਗੁਣ ਹੁੰਦੇ ਨੇ, ਆਪਾਂ ਕਹਿ ਲਈਏ ਮਾੜੇ ਗੁਣ ਜਿਹੜਾ ਬੰਦਾ ਕਰਦਾ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਕਹਿ ਰਹੇ ਨੇ ਅਵਗੁਣ ਛੋੜ, ਇਹਨਾਂ ਅਵਗੁਣਾਂ ਨੂੰ ਛੱਡ ਦੇ।
ਅਵਗੁਣ ਨਾ ਕਰ, ਮਾੜੇ ਕਰਮ ਨਾ ਕਰ, ਗੁਣਾ ਕੋ ਧਾਵੋ। ਗੁਣਾਂ ਦਾ ਵਾਸਾ ਤੇਰੇ ਅੰਦਰ ਹੋਵੇ, ਤੋ ਜਿੰਨੇ ਵੀ ਹੋ ਸਕਦੇ ਨੇ ਪਰ ਉਪਕਾਰ ਕਰਿਆ ਕਰ, ਤੇਰੇ ਅੰਦਰ ਵੱਧ ਤੋਂ ਵੱਧ ਗੁਣ ਹੋਣ। ਕਿਉਂਕਿ ਅੱਜ ਆਪਣੇ ਅੰਦਰ ਵਿਕਾਰ ਭਰੇ ਨੇ, ਵਿਕਾਰ ਭਰੇ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹੀ ਸਭ ਤੋਂ ਵੱਡੇ ਨੇ। ਇਹੀ ਪੰਜੇ ਜਿਹੜੇ ਨੇ ਸਾਨੂੰ ਜਿਉਣ ਨਹੀਂ ਦਿੰਦੇ, ਪਰਮਾਤਮਾ ਦੇ ਰਸਤੇ ਤੇ ਆਉਣ ਨਹੀਂ ਦਿੰਦੇ। ਸਤਿਗੁਰ ਕਹਿੰਦੇ ਨੇ ਅਵਗੁਣ ਛੋੜ ਗੁਣਾ ਕੋ ਧਾਵੋ, ਮਾੜੀਆਂ ਆਦਤਾਂ ਛੱਡ ਦੇ, ਚੰਗੇ ਗੁਣ ਪੈਦਾ ਕਰ ਆਪਣੇ ਅੰਦਰ, ਤੇਰਾ ਵਾਸਾ ਤੇਰਾ ਮੇਲ ਫਿਰ ਪਰਮਾਤਮਾ ਦੇ ਨਾਲ ਹੋਣਾ ਹੈ। ਫਿਰ ਤੂੰ ਦਇਆ ਦੇ ਧਰਮ ਤੇ ਫਿਰ ਤੈਨੂੰ ਸੁੱਖ ਪ੍ਰਾਪਤ ਹੋਣਗੇ। ਪਰ ਜੇ ਤੂੰ ਮਾੜੇ ਕਰਮ ਕਰਦਾ ਰਿਹਾ, ਮਾੜੀਆਂ ਗੱਲਾਂ, ਮਾੜੇ ਝਗੜੇ, ਇਹਨਾਂ ਦੇ ਵਿੱਚ ਹੀ ਉਲਝਦਾ ਰਿਹਾ, ਸਤਿਗੁਰ ਕਹਿੰਦੇ ਨੇ ਕਰ ਅਵਗੁਣ ਪਛਤਾਹੀ ਜੀਓ। ਜੇ ਤੂੰ ਇਸੇ ਤਰ੍ਹਾਂ ਅਵਗੁਣ ਕਰੇਗਾ ਨਾ, ਮਾੜੇ ਕਰਮ ਕਰੇਗਾ, ਤੈਨੂੰ ਦੁੱਖ ਬੜੇ ਭੋਗਣੇ ਪੈਣਗੇ, ਪਛਤਾਏਗਾ ਤੂੰ ਫਿਰ ਬਾਅਦ ਦੇ ਵਿੱਚ। ਕਿਉਂਕਿ ਬੰਦਾ ਬਾਅਦ ਦੇ ਵਿੱਚ ਪਛਤਾਉਂਦਾ ਹੈ, ਕਹਿੰਦਾ ਜੀ ਇਦਾਂ ਹੋ ਸਕਦਾ ਹੈ, ਮੈਨੂੰ ਤਾਂ ਕੁਝ ਹੋਇਆ ਨਹੀਂ। ਅੱਜ ਆਪਾਂ ਦੇਖਦੇ ਹੀ ਹਾਂ, ਬੜੇ ਬੜੇ ਵੇਖੀਦੇ ਨੇ, ਕਹਿੰਦੇ ਜੀ ਨਹੀਂ ਇਦਾਂ ਨਹੀਂ ਕੁਝ ਵੀ ਹੁੰਦਾ, ਅਸੀਂ ਤਾਂ ਆਪਣੀ ਮौज ਮਸਤੀ ਦੇ ਦਿਨ ਕੱਟਾਂਗੇ। ਫਿਰ ਬਾਅਦ ਦੇ ਵਿੱਚ ਜਦੋਂ ਤਰਲੇ ਮਾਰਦੇ ਨੇ ਆਣ ਕਰਕੇ, ਸਤਿਗੁਰੂ ਜੀ ਕਹਿੰਦੇ ਨੇ ਫਿਰ ਤੇਰੇ ਪਛਤਾਉਣ ਦਾ ਕੀ ਫਾਇਦਾ। ਅਵਗੁਣ ਛੋੜ ਗੁਨਾਹ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਜੇ ਤੂੰ ਅਵਗੁਣਾਂ ਨੂੰ ਛੱਡ ਕਰਕੇ ਗੁਣਾਂ ਨੂੰ ਧਾਵੇਂਗਾ, ਸੁੱਖ ਪ੍ਰਾਪਤ ਕਰੇਗਾ। ਤੇ ਜੇਕਰ ਚੰਗੇ ਗੁਣ ਆਪਣੇ ਵਿੱਚੋਂ ਕੱਢ ਕੇ ਤੇ ਅਵਗੁਣ ਕਰੇਗਾ, ਵਿਕਾਰਾਂ ਦੇ ਵੱਲ ਭੱਜੇਗਾ, ਤੇ ਸਤਿਗੁਰੂ ਕਹਿੰਦੇ ਨੇ ਤੈਨੂੰ ਪਛਤਾਵਾ ਹੋਏਗਾ, ਤੈਨੂੰ ਪਛਤਾਉਣਾ ਪਏਗਾ। ਸਾਰੇ ਅਵਸਰ ਕੀ ਸਾਰ ਨਾ ਜਾਣਵੇ, ਫਿਰ ਕੀਜ ਵਡਾਈ ਜੀਓ। ਹੁਣ ਜਿਹੜਾ ਮਨੁੱਖ ਹੈ, ਆਪਾਂ ਦੇਖੀਏ ਜੀ, ਆਪਾਂ ਕਰਮ ਵੀ ਕਰਦੇ ਹਾਂ, ਸਾਰ ਤੋਂ ਭਾਵ ਚੰਗੇ ਕੰਮ, ਅਪਸਰ ਤੋਂ ਭਾਵ ਮਾੜੇ ਕੰਮ। ਸਾਰ ਅਪਸਰ ਕੀ ਸਾਰ ਨਾ ਜਾਣੇ, ਇਹ ਅਸੀਂ ਸਮਝਦੇ ਨਹੀਂ ਕਿ ਇਹ ਮਾੜਾ ਕਰਮ ਹੈ, ਇਹ ਚੰਗਾ ਕੰਮ। ਆਪਾਂ ਕਿਤੇ ਨਾ ਕਿਤੇ ਨਾ ਆਪਾਂ ਨੂੰ ਸੋਝੀ ਜ਼ਰੂਰ ਹੁੰਦੀ ਹੈ, ਨਹੀਂ ਜੀ ਆਹ ਗਲਤ ਕੰਮ ਹੈ, ਇਹ ਨਹੀਂ ਕਰਨਾ ਚਾਹੀਦਾ। ਤਿੰਨ ਚਾਰ ਜਾਣੇ ਖਲੋਤੇ ਹੁਣ, ਢਾਣੀਆਂ ਬਣੀਆਂ ਹੁਣ ਮੁੰਡਿਆਂ ਦੀਆਂ, ਤੇ ਵਿੱਚ ਕੁਝ ਗਮਾੜੀਆਂ ਗੱਲਾਂ ਕਰਦਾ ਹੋਵੇ ਨਾ, ਇੱਕ ਦੋ ਜਾਣੇ ਟੋਕ ਦੇਣ ਵੀ ਇੱਦਾਂ ਨਾ ਕਰ। ਉਹਨੂੰ ਵੀ ਪਤਾ ਹੈ ਗਲਤ ਹੈ, ਸਾਰਿਆਂ ਨੂੰ ਪਤਾ ਹੈ ਜੀ ਇਹ ਗਲਤ ਹੈ। ਉਹ ਕਹਿੰਦਾ ਜੀ ਜਾਓ ਤੁਸੀਂ ਆਪਣਾ ਕੰਮ ਕਰੋ, ਮੈਂ ਤੇ ਇਹ ਕਰਾਂਗਾ। ਸਤਿਗੁਰ ਕਹਿੰਦੇ ਨੇ ਸਾਰਾ ਅਵਸਰ ਕੀ ਸਾਰ ਨਾ ਜਾਣੈ। ਉਹ ਚੰਗੇ ਕੰਮੇ, ਚੰਗੇ ਤੇ ਜਿਹੜੇ ਮਾੜੇ ਕੰਮ ਨੇ, ਤਿੰਨਾਂ ਦੀ ਸਾਰ ਨਹੀਂ ਜਾਣਦਾ। ਇਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਚੰਗਾ ਕੰਮ ਹੈ, ਇਹ ਮਾੜਾ ਕੰਮ ਹੈ, ਇਹ ਮੈਂ ਕਰਨਾ ਹੈ, ਇਹ ਨਹੀਂ ਕਰਨਾ। ਫਿਰ ਕੀਚ ਬੁਢਾਹੀ ਜੀਓ। ਸਤਿਗੁਰੂ ਜੀ ਕਹਿੰਦੇ ਨੇ ਉਸੇ ਚਿੱਕੜ ਦੇ ਵਿੱਚ ਹੀ ਤੁਰਿਆ ਜਾ ਰਿਹਾ ਹੈ। ਇੱਥੇ ਸਭ ਤੋਂ ਵੱਡਾ ਚਿੱਕੜ ਹੈ ਮਾਇਆ ਦਾ, ਕਾਮ ਦਾ। ਇਹ ਤੋਂ ਵੱਡਾ ਕੋਈ ਚਿੱਕੜ ਹੋ ਸਕਦਾ ਹੈ ਆਪਣੇ ਮਨੁੱਖਾਂ ਦੇ ਹਿਰਦੇ ਦੇ ਅੰਦਰ? ਸਤਿਗੁਰੂ ਜੀ ਕਹਿੰਦੇ ਨੇ ਪਤਾ ਹੋਣ ਦੇ ਬਾਵਜੂਦ ਵੀ ਇਹ ਜਿਹੜਾ ਮਨੁੱਖ ਹੈ ਵਾਰ-ਵਾਰ ਭਟਕਦਾ ਹੈ, ਵਾਰ-ਵਾਰ ਉਸੇ ਚਿੱਕੜ ਦੇ ਵਿੱਚ ਜਾ ਕੇ ਡੁੱਬਦਾ ਹੈ। ਤੇ ਜਿਹੜਾ ਨਾਮ ਰੂਪੀ ਖਜ਼ਾਨਾ ਹੈ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਕਿਉਂਕਿ ਇਹ ਪੰਕਤੀ ਨਹੀਂ, ਇਹਨੂੰ ਯਾਦ ਰੱਖ ਕੇ ਹੀ ਫਿਰ ਵਿਚਾਰ ਕਰਨੀ ਹੈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਹੜਾ ਤੂੰ ਇੱਥੇ ਕਰਨ ਵਾਸਤੇ ਆਇਆ ਹੈ, ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਵਾਸਤੇ ਆਇਆ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ ਵਾਸਤੇ ਆਇਆ ਹੈ, ਪਰ ਕੀ ਕਰਦਾ ਪਿਆ ਹੈ? ਅਵਗੁਣ ਛੋੜ ਗੁਨਾਹ ਕੋ ਧਾਵੋ, ਕੂੜ ਛੋੜ ਸਾਚੇ ਕੋ ਧਾਵੋ। ਕੂੜ ਦੀਆਂ ਗੱਲਾਂ ਛੱਡ ਕੇ ਉਸ ਪ੍ਰਮਾਤਮਾ ਦੇ ਨਾਮ ਨੂੰ ਸਿਮਰਨਾ ਹੈ। ਪਰ ਇੱਥੇ ਕੀ ਹੈ? ਸਾਰ ਅਵਸਰ ਕੀ ਸਾਰ ਨਾ ਜਾਣੇ। ਤੈਨੂੰ ਤੇ ਮਾੜੇ ਤੇ ਚੰਗੇ ਕਰਮਾਂ ਦੀ ਸਾਰ ਹੀ ਨਹੀਂ ਹੈ। ਤੂੰ ਤੇ ਆਪਣੀ ਮौज ਮਸਤੀ ਦੇ ਵਿੱਚ ਲੱਗਿਆ ਹੋਇਆ। ਜਨਮ ਮਰਨ ਵੱਡਾ ਵਿਛੋੜਾ ਹੈ ਨਾ ਸੰਗਤ ਜੀ, ਇਹ ਆਪਾਂ ਜਾਣਦੇ ਹਾਂ। ਪਰ ਫਿਰ ਵੀ ਇਹ ਸਮਝ ਕਰਕੇ ਅਸੀਂ ਬੈਠ ਗਏ ਕਿ ਕੋਈ ਨਹੀਂ ਜੀ, ਮਾੜੇ ਕਰਮ ਕੀਤਿਆਂ ਕੀ ਹੋ ਜਾਵੇਗਾ, ਇਹ ਤੇ ਬਾਅਦ ਦੇ ਵਿੱਚ ਪਤਾ ਚੱਲਣਾ ਹੈ ਨਾ। ਰਾਮ ਸਿਮਰ ਪਛਤਾਹੇਗਾ ਮਨ। ਗੁਰੂ ਭਗਤ ਕਬੀਰ ਜੀ ਕਹਿੰਦੇ ਨੇ ਰਾਮ ਸਿਮਰ ਪਛਤਾਹੇਗਾ ਮਨ, ਕਿ ਪ੍ਰਮਾਤਮਾ ਦਾ ਨਾਮ ਸਿਮਰ ਲਾ, ਤੇ ਨਹੀਂ ਤੇ ਮਨਾ ਤੈਨੂੰ ਪਛਤਾਉਣਾ ਬੜਾ ਪਵੇਗਾ। ਫਿਰ ਤੈਨੂੰ ਪਛਤਾਵਾ ਹੋਵੇਗਾ ਆਪਣੀ ਜ਼ਿੰਦਗੀ ਦੇ ਉੱਪਰ ਕਿ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਕਿਉਂ ਨਹੀਂ ਜਪਿਆ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਰਹੋ ਵਿਚਾਰ ਸਾਰ ਅਵਸਰ ਕੀ ਸਾਰ ਨਾ ਜਾਣੈ। ਇਹ ਜਿਹੜਾ ਮਨੁੱਖ ਹੈ ਨਾ, ਇੰਨਾ ਕੁ ਉਲਝਿਆ ਹੋਇਆ ਹੈ, ਇਹ ਚੰਗੇ ਤੇ ਮੰਦੇ ਗੁਣਾਂ ਦਾ ਹਿਸਾਬ ਕਿਤਾਬ ਨਹੀਂ ਜਾਣਦਾ। ਇੱਕੋ ਜਿਹਾ ਸਾਰਾ ਸਿਸਟਮ ਕਰਕੇ ਰੱਖਿਆ ਇਹਨੇ। ਫਿਰ ਕੀਚ ਬੁਢਾਹੀ ਜੀਓ। ਫਿਰ ਉਸੇ ਵਿਕਾਰਾਂ ਦੇ ਵਿੱਚ ਘੁੰਮ ਕੇ ਜਾਂਦਾ ਹੈ। ਚੰਗੇ ਗੁਣਾਂ ਦੇ ਨਾਲ ਇਹਦੀ ਸਾਂਝ ਹੀ ਨਹੀਂ ਪੈਂਦੀ, ਚੰਗੇ ਗੁਣਾਂ ਨੂੰ ਇਹ ਧਾਰਨ ਹੀ ਨਹੀਂ ਕਰਦਾ।
ਫਿਰ ਸਤਿਗੁਰੂ ਜੀ ਅੱਗੇ ਕੀ ਕਿਰਪਾ ਕਰਦੇ ਨੇ? ਮੈਲ ਲੋਭ ਬਹੁ ਝੂਠੇ ਬਾਹਰ ਨਾਵੋ ਕਾਹੀ ਜੀਓ। ਅੰਤਰ ਮੈਲ ਲੋਭ ਬਹੁਤ ਝੂਠੇ। ਸਤਿਗੁਰੂ ਜੀ ਕਹਿੰਦੇ ਨੇ ਤੇਰੇ ਅੰਦਰ ਮੈਲ ਹੈ, ਤੇਰੇ ਅੰਦਰ ਲੋਭ ਹੈ, ਬਹੁਤ ਝੂਠੇ, ਤੂੰ ਬੜਾ ਝੂਠਾ ਵੀ ਹੈ, ਤੂੰ ਬੜੇ ਝੂਠ ਦੇ ਡੰਪ ਰਚੇ ਹੋਏ ਨੇ, ਤੂੰ ਝੂਠ ਬੋਲਦਾ ਹੈ। ਤੇਰੇ ਅੰਦਰ ਜਿਹੜੀ ਹੈ ਨਾ ਮੈਲ ਹੈ ਬਹੁਤ ਜ਼ਿਆਦੀ, ਤੇਰੇ ਮਨ ਨੂੰ ਮੈਲ ਲੱਗੀ ਹੋਈ ਹੈ, ਤੇਰਾ ਮਨ ਜਿਹੜਾ ਵਿਕਾਰਾਂ ਦੇ ਨਾਲ ਭਰਿਆ ਹੋਇਆ। ਸਤਿਗੁਰੂ ਕਿਰਪਾ ਕਰਦੇ ਨੇ, ਅੰਤਰ ਮੈਲ ਲੋਭ ਬਹੁ ਝੂਠੇ, ਅੰਦਰ ਤੇਰੇ ਮੈਲ ਹੈ, ਅੰਦਰ ਤੇਰੇ ਲੋਭ ਹੈ, ਤੂੰ ਬੜਾ ਝੂਠਾ ਵੀ ਹੈ, ਝੂਠ ਦੇ ਡੰਫ ਰਚਦਾ ਹੈ। ਪਰ ਕੀ ਹੈ ਤੂੰ ਕਰਦਾ ਕੀ? ਬਾਹਰ ਨਾਵੋ ਕਾਹੀ ਜੀਓ, ਬਾਹਰੋਂ ਤੋਂ ਬੜਾ ਤੀਰਥਾਂ ਦੇ ਜਾ ਕੇ ਨਹਾਉਂਦਾ ਹੈ, ਬੜੇ ਇਸ਼ਨਾਨ ਕਰਦਾ ਹੈ। ਜੀ ਮੈਂ ਅੱਜ ਆਹ ਤੀਰਥ ਤੇ ਗਿਆ, ਜਾਂ ਮੈਂ ਅੱਜ ਇੰਨੇ ਇਸ਼ਨਾਨ ਕਰਕੇ ਆਇਆ। ਸਤਿਗੁਰੂ ਜੀ ਕਹਿੰਦੇ ਨੇ ਇਹ ਤੇਰੇ ਵਿਅਰਥ ਨੇ। ਜੇਕਰ ਤੇਰੇ ਅੰਦਰ ਝੂਠ ਹੈ, ਤੇਰੇ ਅੰਦਰ ਲੋਭ ਹੈ, ਤੇਰੇ ਅੰਦਰ ਪਾਪ ਹੈ, ਤੇਰੇ ਅੰਦਰ ਵਿਕਾਰ ਨੇ, ਬਾਹਰ ਨਹਾਵੋ ਕਾਹੀ ਜੀਓ, ਬਾਹਰੋਂ ਨਹਾਉਣ ਦਾ ਤੈਨੂੰ ਕੋਈ ਫਾਇਦਾ ਨਹੀਂ। ਬਾਹਰੋਂ ਜਿੰਨਾ ਮਰਜ਼ੀ ਆਪਣਾ ਤਨ ਸਾਫ਼ ਕਰੀ ਚੱਲ, ਜੇ ਆਪਣਾ ਮਨ ਜਿਹੜਾ ਇਹ ਨਾਮ ਦੇ ਨਾਲ ਨਾ ਧੋਤਾ ਤੇ ਇਹ ਤੇਰੇ ਸਾਰੇ ਕੀਤੇ ਹੋਏ ਕਾਰਜ ਤੇਰੇ ਨਿਸਫਲ ਨੇ। ਇਹਨਾਂ ਨੂੰ ਕੋਈ ਸਫਲਤਾ ਨਹੀਂ ਮਿਲਣੀ, ਇਹਨਾਂ ਨੂੰ ਕਿਸੇ ਨੇ ਚੰਗਾ ਨਹੀਂ ਕਹਿਣਾ। ਸਤਿਗੁਰੂ ਜੀ ਨੇ ਕਹਿ ਦਿੱਤਾ ਹੈ ਨਾ, ਬਾਹਰ ਢੂੰਡਤ ਬਹੁਤ ਦੁੱਖ ਪਾਵੈ। ਜੇ ਤੂੰ ਬਾਹਰੋਂ ਢੂੰਡਦਾ ਫਿਰਿਆ, ਕਿਤੇ ਬਾਹਰੋਂ ਕਿਤੇ ਤੂੰ ਲੱਭਦਾ ਫਿਰਿਆ, ਇਹ ਤੈਨੂੰ ਪ੍ਰਾਪਤ ਨਹੀਂ ਹੋਣਾ, ਇਹ ਤੇਰੇ ਅੰਦਰ ਹੈ। ਬਾਹਰ ਨਹਾਵੋ ਕਾਹੀ ਜੀਓ, ਬਾਹਰ ਨਹਾਉਣ ਦੇ ਨਾਲ ਕੁਝ ਵੀ ਨਹੀਂ ਹੋਣਾ। ਜਿੰਨੇ ਮਰਜ਼ੀ ਤੀਰਥਾਂ ਤੇ ਜਾ ਕਰਕੇ ਤੂੰ ਇਸ਼ਨਾਨ ਕਰ, ਠੀਕ ਹੈ, ਉਹਨਾਂ ਦੀ ਮੈਲ ਕੱਟੀ ਜਾਂਦੀ ਹੈ। ਇੱਥੇ ਕੋਈ ਨਿੰਦਾ ਨਹੀਂ ਹੈ ਕਿ ਤੀਰਥਾਂ ਤੇ ਨਹਾਉਣਾ ਨਹੀਂ ਚਾਹੀਦਾ। ਤੀਰਥ ਇੱਕ ਮਹਾਨ ਸ਼ਖਸੀਅਤ ਨੇ, ਪਰ ਜੇਕਰ ਅਸੀਂ ਵਿਕਾਰਾਂ ਨੂੰ ਆਪਣੇ ਮਨ ਦੇ ਅੰਦਰ ਰੱਖ ਕਰਕੇ ਚੱਲੀਏ, ਵਿਕਾਰ ਭਰਿਆਂ ਦੇ ਨਾਲ ਤੀਰਥਾਂ ਦੇ ਉੱਪਰ ਇਸ਼ਨਾਨ ਕਰੀਏ, ਸਤਿਗੁਰੂ ਜੀ ਕਹਿੰਦੇ ਨੇ ਇੱਕ ਮੈਲ ਤੇ ਲੱਥਦੀ ਹੈ, ਨਾਲ ਦੋ ਹੋਰ ਚੜਾ ਕੇ ਆ ਜਾਣਾ ਤੂੰ। ਇੱਕ ਤੇ ਤੂੰ ਲਾ ਦਿੰਦਾ ਹੈ, ਨਾਲ ਹੋਰ ਚੜਾ ਕੇ ਆ ਜਾਣਾ ਤੂੰ। ਇੱਥੇ ਕਿਰਪਾ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਜਿੰਨਾ ਤੱਕ ਤੂੰ ਆਪਣੇ ਮੈਲ ਨੂੰ ਮਨ ਦੇ ਵਿੱਚੋਂ ਨਹੀਂ ਕੱਢਦਾ, ਗੁਰਬਾਣੀ ਦੇ ਨਾਲ ਨਹੀਂ ਧੋਂਦਾ, ਬਾਹਰ ਨਹਾਵੋ ਕਾਹੀ ਜੀਓ, ਬਾਹਰੋਂ ਤੈਨੂੰ ਤਨ ਸਾਫ਼ ਕਰਨ ਦਾ ਕੋਈ ਫਾਇਦਾ ਨਹੀਂ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਨੇ, ਨਿਰਮਲ ਨਾਮ ਜਪਹੁ ਸਦ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ। ਨਿਰਮਲ ਨਾਮ ਜਪੋ ਸਦ ਗੁਰਮੁਖ। ਨਿਰਮਲ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਿਹੜਾ ਹੈ, ਜਿਹੜਾ ਆਤ ਨਿਰਮਲ ਹੈ, ਤੇ ਇਸ ਤੋਂ ਪਰੇ ਕੁਝ ਵੀ ਨਹੀਂ ਹੈ। ਅੰਦਰਲੀ ਉੱਚੀ ਅਵਸਥਾ ਉਦੋਂ ਹੀ ਬਣੇਗੀ ਜੇ ਗੁਰੂ ਦੇ ਦੱਸੇ ਹੋਏ ਰਸਤਾ ਤੇ ਤੁਰਾਂਗੇ ਆਪਾਂ। ਨਿਰਮਲ ਨਾਮ ਜਪੋ ਸਦ ਗੁਰਮੁਖ, ਉਸ ਪ੍ਰਮਾਤਮਾ ਵਾਹਿਗੁਰੂ ਦਾ ਗੁਰਸਿੱਖੋ ਗੁਰਮੁਖੋ ਨਾਮ ਜਪਣਾ ਕਰੋ। ਅੰਤਰ ਕੀ ਗਤ ਤਾਹੀ ਜੀਓ। ਸਤਿਗੁਰੂ ਜੀ ਕਹਿੰਦੇ ਨੇ ਅੰਤਰ ਦੀ ਮੈਲ, ਜਿਹੜੀ ਅੰਦਰ ਦੀ ਮੈਲ ਹੈ ਨਾ, ਇਹ ਤਾਂ ਹੀ ਮੁੱਕਣੀ ਹੈ। ਬਾਹਰ ਨਹਾਵੋ ਕਾਹੀ ਜੀਓ, ਬਾਹਰ ਨਹਾਉਣ ਦੇ ਨਾਲ ਨਹੀਂ, ਅੰਦਰ ਦੀ ਮੈਲ ਕਾਹਦੇ ਨਾਲ ਰੁਕਣੀ ਹੈ? ਸਤਿਗੁਰੂ ਜੀ ਨੇ ਕਹਿ ਦਿੱਤਾ, ਨਿਰਮਲ ਨਾਮ ਜਪੋ ਸਦ ਗੁਰਮੁਖ। ਨਿਰਮਲ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜੇਕਰ ਤੂੰ ਸਿਮਰੇਗਾ, ਫਿਰ ਕੀ ਹੈ? ਅੰਤਰ ਕੀ ਗਤ ਤਾਹੀ ਜੀਓ। ਤੇਰੇ ਅੰਦਰ ਦੀ ਆਤਮਿਕ ਅਵਸਥਾ ਉੱਚੀ ਹੋ ਜਾਵੇਗੀ, ਤੇਰੇ ਅੰਦਰੋਂ ਜਿਹੜਾ ਮੈਲ ਦਾ ਖਾਤਮਾ ਹੋ ਜਾਵੇਗਾ, ਤੂੰ ਪਵਿੱਤਰ ਹੋ ਜਾਵੇਂਗਾ, ਕੰਚਨ ਦੀ ਤਰ੍ਹਾਂ, ਸੋਨੇ ਦੀ ਤਰ੍ਹਾਂ ਤੇਰਾ ਹਿਰਦਾ ਹੋ ਜਾਵੇਗਾ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ ਸੱਚ ਗੁਰ ਬਚਨੀ ਫਲ ਪਾਰੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਮਹਾਰਾਜ ਜੀ ਫੇਰ ਕਹਿ ਰਹੇ ਨੇ ਕਿ ਇਹ ਮੇਰੇ ਮਨਾ, ਇਹ ਲੋਭ ਨੂੰ ਛੱਡ ਦੇ ਤੂੰ। ਪਰ ਹਰ ਭਾਵ ਤਿਆਗ ਦੇਣਾ, ਪਰ ਹਰ ਤੋਂ ਭਾਵ ਹੈ ਤਿਆਗਣਾ। ਪਰ ਹਰ ਤਿਆਗਣਾ ਕਿਹਨੂੰ ਹੈ? ਲੋਭ, ਨਿੰਦਾ, ਕੂੜ ਤਿਆਗੋ। ਸੱਚ ਗੁਰ ਬਚਨੀ ਫਲ ਪਾਹੀ ਜੀਓ। ਇਹਨਾਂ ਵਿਕਾਰਾਂ ਨੂੰ ਛੱਡ ਕਰਕੇ, ਇਹਨਾਂ ਨੂੰ ਆਪਣੇ ਹਿਰਦੇ ਦੇ ਵਿੱਚੋਂ ਕੱਢ ਕੇ ਕੀ ਕਰਨਾ ਹੈ ਜੀ? ਤੂੰ ਸੱਚ ਗੁਰ ਬਚਨੀ ਫਲ ਪਾਹੀ ਜੀਓ। ਉਹ ਮਾਲਕ ਦੇ ਬਚਨਾਂ ਦੇ ਨਾਲ
ਉਸ ਦੇ ਸ਼ਬਦ ਦੇ ਨਾਲ ਜਿਹੜਾ ਪ੍ਰਮਾਤਮਾ ਸਦਾ ਥਿਰ ਰਹਿਣ ਵਾਲਾ ਹੈ, ਜਿਹੜਾ ਪ੍ਰਮਾਤਮਾ ਕਾਇਮ ਹੈ, ਜਿਹੜਾ ਪ੍ਰਮਾਤਮਾ ਗੁਰ ਪ੍ਰਸਾਦ ਹੈ, ਉਹ ਗੁਰੂ ਦੀ ਕਿਰਪਾ ਤੋਂ ਮਿਲਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਫਿਰ ਤੈਨੂੰ ਜਿਹੜਾ ਇਹ ਅੰਮ੍ਰਿਤ ਫਲ ਹੈ ਨਾ, ਇਹ ਤੈਨੂੰ ਪ੍ਰਾਪਤ ਹੋਵੇਗਾ। ਫਿਰ ਤੇਰੇ ਜੀਵਨ ਦੇ ਉੱਪਰ ਇਹ ਅਵਸਥਾ ਹੋਵੇਗੀ, ਫਿਰ ਤੇਰੇ ਉੱਪਰ ਅਜਿਹੀ ਬਖਸ਼ਿਸ਼ ਰਹਿਮਤ ਹੋਵੇਗੀ। ਜਿਉ ਭਾਵੈ ਤਿਉ ਰਾਖਹੁ ਰਾਖ। ਹਰ ਜੀਉ ਜਨ ਨਾਨਕ ਸ਼ਬਦ ਸਲਾਹੀ ਜੀਉ। ਫਿਰ ਪੜਨਾ ਕਰੋ ਜੀ। ਜਿਉ ਭਾਵੈ ਤਿਉ ਰਾਖਹੁ ਹਰ ਜੀਉ ਜਨ ਨਾਨਕ ਸ਼ਬਦ ਸਲਾਹੀ ਜੀਉ। ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਅਖੀਰਲੀ ਪੰਕਤੀ ਦੇ ਅੰਦਰ ਬੜੀ ਨਿਮਰਤਾ ਦੇ ਸਹਿਤ ਬੇਨਤੀ ਰੂਪੀ ਸਤਿਗੁਰੂ ਜੀ ਪ੍ਰਮਾਤਮਾ ਅੱਗੇ, ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰ ਰਹੇ ਨੇ। ਧੰਨ ਨਿਰੰਕਾਰ ਪ੍ਰਮਾਤਮਾ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਨੇ, ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜਿਉਂ ਭਾਵੈ ਤਿਉਂ ਰਾਖੋ ਹਰ ਜੀਉ। ਸਤਿਗੁਰੂ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ, ਜਿਵੇਂ ਤੁਹਾਨੂੰ ਭਾਉਂਦਾ ਹੈ, ਜਿਵੇਂ ਤੁਹਾਨੂੰ ਠੀਕ ਲੱਗਦਾ ਹੈ, ਤੋ ਸਾਨੂੰ ਉਸ ਦੀ ਰਜ਼ਾ ਦੇ ਵਿੱਚ, ਜਿਵੇਂ ਉਸ ਪ੍ਰਮਾਤਮਾ ਵਾਹਿਗੁਰੂ ਦੀ ਰਜ਼ਾ ਹੈ, ਪ੍ਰਮਾਤਮਾ ਜੀ ਐਸੀ ਕਿਰਪਾ ਕਰੋ। ਹਰ ਜੀਓ ਪ੍ਰਮਾਤਮਾ ਜੀ ਜਨ ਨਾਨਕ ਸ਼ਬਦ ਸਲਾਹੀ ਜੀਓ। ਸਾਨੂੰ ਉਸੇ ਤਰ੍ਹਾਂ ਹੀ ਆਪਣੀ ਰਜ਼ਾ ਦੇ ਅੰਦਰ ਰੱਖੋ। ਪਰ ਕੀ ਹੈ? ਨਾਨਕ ਸ਼ਬਦ ਸਲਾਹੀ ਜੀਓ। ਮੈਂ ਸਦਾ ਹੀ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕਰਕੇ, ਪ੍ਰਮਾਤਮਾ ਦੇ ਸ਼ਬਦ ਦੇ ਵਿੱਚ ਭਿੰਨ ਰਹਿ ਕਰਕੇ ਉਹਦੀ ਸਿਫਤ ਸਲਾਹ ਜਿਹੜੀ ਹੈ ਉਹ ਵਾਰ-ਵਾਰ ਕਰਾਂ। ਵਾਰ-ਵਾਰ ਮੈਂ ਉਹਦੇ ਗੁਣ ਜਿਹੜੇ ਨੇ ਉਹ ਗਾਉਂਦਾ ਰਵਾਂ। ਗੁਣ ਉਹਦੇ ਬਹੁਤ ਉੱਚੇ ਨੇ, ਗੁਣ ਉਹਦੇ ਬੇਅੰਤ ਬਿਆਨ ਨਹੀਂ ਕੀਤੇ ਜਾ ਸਕਦੇ, ਕਿਉਂਕਿ ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ। ਕਿਉਂਕਿ ਸਾਨੂੰ ਤੇ ਮੂਰਖਾਂ ਨੂੰ ਤੇਰੇ ਗੁਣਾਂ ਦੇ ਬਾਰੇ ਪਤਾ ਹੀ ਨਹੀਂ, ਕਿਹੜੇ ਗੁਣ ਨੇ ਤੇਰੇ, ਕਿੰਨੇ ਕੁ ਬੇਅੰਤ ਗੁਣ ਨੇ, ਸਾਨੂੰ ਤੇ ਕੁਝ ਪਤਾ ਹੀ ਨਹੀਂ। ਅਸੀਂ ਕਿਹੜੇ ਕਹਿ ਕੇ ਸਤਿਗੁਰੂ ਜੀ ਆਪ ਜੀਆਂ ਦੇ ਗੁਣ ਗਾਈਏ, ਕਿੰਨਾਂ ਦੇ ਉੱਪਰ ਸਤਿਗੁਰੂ ਜੀ ਕਹਿੰਦੇ ਨੇ ਤੇਰੇ ਉੱਪਰ ਐਸੀ ਬਖਸ਼ਿਸ਼ਾਂ ਹੋਣਗੀਆਂ, ਤੇਰੇ ਉੱਪਰ ਐਸੀ ਕਿਰਪਾ ਹੋਵੇਗੀ ਜੇ ਤੂੰ ਗੁਰਬਾਣੀ ਸ਼ਬਦ ਦੇ ਨਾਲ ਜੁੜੇਗਾ। ਵਾਹਿਗੁਰੂ ਜੀ ਕਹਿ ਰਹੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਜਨ ਨਾਨਕ ਸ਼ਬਦ ਸਲਾਹੀ ਜੀਓ। ਗੁਰੂ ਨਾਨਕ ਦੇਵ ਜੀ ਮਹਾਰਾਜ ਬੇਨਤੀ ਰੂਪ ਦੇ ਅੰਦਰ, ਨਿਮਰਤਾ ਭਰੇ ਸ਼ਬਦਾਂ ਦੇ ਅੰਦਰ ਇਹ ਵਾਰ-ਵਾਰ ਸਾਨੂੰ ਸਮਝਾਉਂਦੇ ਨੇ ਕਿ ਇਹ ਜਿਹੜਾ ਸ਼ਬਦ ਹੈ ਨਾ, ਇਹ ਪ੍ਰਮਾਤਮਾ ਦੀ ਜਿਹੜੀ ਵਡਿਆਈ ਹੈ ਨਾ, ਇਹਨੂੰ ਵਾਰ-ਵਾਰ ਸਲਾਹੁਣਾ ਕਰਿਆ ਕਰੋ। ਪ੍ਰਮਾਤਮਾ ਦੀ ਵਡਿਆਈ ਜਿਹੜੀ ਹੈ ਵਾਰ-ਵਾਰ ਕਰਿਆ ਕਰੋ। ਸੰਗਤ ਜੀ, ਵਾਰ-ਵਾਰ ਵਡਿਆਈ ਕਰਨ ਦੇ ਨਾਲ ਹੁੰਦਾ ਕੀ ਹੈ? ਅਸੀਂ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹਾਂ, ਪ੍ਰਮਾਤਮਾ ਦੇ ਗੁਣ ਗਾਈਏ, ਉਹਦਾ ਨਾਮ ਸਿਮਰੀਏ, ਤੇ ਕੀ ਹੁੰਦਾ ਹੈ? ਸਤਿਗੁਰੂ ਜੀ ਕਹਿੰਦੇ ਨੇ ਫਿਰ ਤੇਰੇ ਅੰਦਰੋਂ ਵਿਕਾਰ ਭੱਜ ਜਾਣਗੇ, ਤੇਰੇ ਮਨ ਦੀ ਮੈਲ ਜਿਹੜੀ ਹੈ ਨਾ ਇਹ ਲੱਥ ਜਾਵੇਗੀ, ਤੇਰਾ ਹਿਰਦਾ ਜਿਹੜਾ ਹੈ ਨਾ ਇਹ ਸ਼ੁੱਧ ਹੋ ਜਾਵੇਗਾ। ਜਿਵੇਂ ਤੀਰਥਾਂ ਦੇ ਉੱਪਰ ਨਹਾਉਣ ਦਾ ਮਹਾਰਾਜ ਕਹਿੰਦੇ ਨੇ ਕੋਈ ਫਾਇਦਾ ਨਹੀਂ ਜਿੰਨਾ ਤੱਕ ਤੂੰ ਆਪਣੇ ਅੰਦਰੋਂ ਨਾਮ ਨਹੀਂ ਸਿਮਰਦਾ। ਮਹਾਰਾਜ ਜੀ ਕਹਿੰਦੇ ਨੇ ਤੇਰਾ ਹਿਰਦਾ ਫਿਰ ਜੇਕਰ ਪ੍ਰਮਾਤਮਾ ਦਾ ਸ਼ਬਦ ਸਲਾਹੇਗਾ ਤੇ ਉਸ ਤੀਰਥ ਦੇ ਜਲ ਵਰਗਾ ਤੇਰਾ ਹਿਰਦਾ ਹੋ ਗਿਆ, ਤੇਰਾ ਐਸਾ ਰੂਪ ਬਣ ਜਾਵੇਗਾ, ਤੇਰਾ ਐਸਾ ਹਿਰਦਾ ਹੋ ਜਾਵੇਗਾ ਕੰਚਨ, ਕੰਚਨ ਦੀ ਤਰ੍ਹਾਂ ਆਪਾਂ ਕਹਿ ਲਈਏ। ਸਤਿਗੁਰੂ ਜੀ ਸ਼ਬਦ ਵਰਤਦੇ ਨੇ ਗੁਰਬਾਣੀ ਦੇ ਅੰਦਰ, ਸੋਨੇ ਦੀ ਤਰ੍ਹਾਂ, ਚੰਦਨ ਦੀ ਤਰ੍ਹਾਂ ਤੇਰਾ ਜਿਹੜਾ ਹਿਰਦਾ ਹੋ ਜਾਵੇਗਾ ਇਸ ਸ਼ਬਦ ਦੇ ਨਾਲ, ਪਰਮਾਤਮਾ ਦੀ ਸਿਫਤ ਕਰਨ ਦੇ ਨਾਲ। ਸੋ ਇਹ ਜਿਹੜੀ ਬਖਸ਼ਿਸ਼ ਹੈ ਸਾਨੂੰ ਪਰਮਾਤਮਾ ਨੇ ਕੀਤੀ ਹੈ। ਵਾਰ-ਵਾਰ ਗੁਰੂਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ ਕਿ ਇਹ ਕਿਤੇ ਭੁੱਲ ਨਾ ਜਾਈਂ ਕਿ ਤੂੰ ਇਸ ਜੀਵਨ ਦੇ ਉੱਪਰ, ਤੈਨੂੰ ਮਾਤ ਲੋਕ ਦੇ ਉੱਪਰ ਕਿਉਂ ਭੇਜਿਆ, ਤੂੰ ਕਿਉਂ ਆਇਆ ਹੈ, ਤੇ ਜਿਹੜੇ ਤੂੰ ਅਵਗਣ ਕਰਦਾ ਪਿਆ ਇਹਨਾਂ ਨੂੰ ਛੱਡ ਦਵੀਂ। ਜੇ ਤੂੰ ਨਾ ਛੱਡੇ ਤੈਨੂੰ ਸਜ਼ਾ ਜਿਹੜੀ ਜ਼ਰੂਰ ਮਿਲਣੀ ਹੈ, ਤੂੰ ਜ਼ਰੂਰ ਪਛਤਾਵੇਂਗਾ, ਤੈਨੂੰ ਬਾਅਦ ਦੇ ਵਿੱਚ ਪਛਤਾਵਾ ਹੋਵੇਗਾ। ਪਰ ਸਤਿਗੁਰੂ ਜੀ ਕਹਿੰਦੇ ਨੇ ਨਾਲ ਨਾਲ ਸਾਨੂੰ ਸਮਝਦੇ ਜ਼ਰੂਰ ਹੈ, ਪਰ ਅਸੀਂ ਗੁਣਾਂ ਦਾ ਜਿਹੜਾ ਵਾਸਲਾ ਉਹ ਆਪਣੇ ਹਿਰਦੇ ਦੇ ਅੰਦਰ ਕਰਨਾ ਹੈ। ਇੰਨੀਆਂ ਕੋ ਬੇਨਤੀਆਂ ਸਤਿਗੁਰੂ ਜੀ ਕਿਰਪਾ ਕਰਦੇ ਨੇ। ਸਤਿਗੁਰੂ ਜੀਆਂ ਦੀ ਕਿਰਪਾ ਦੇ ਸਦਕਾ ਜਿੰਨੀ ਕੁ ਪ੍ਰਮਾਤਮਾ ਵਾਹਿਗੁਰੂ ਜੀ ਨੇ ਮਿਹਰ ਕੀਤੀ ਹੈ, ਸੋਝੀ ਬਖਸ਼ਿਸ਼ ਕੀਤੀ ਹੈ, ਆਪ ਸੰਗਤ ਦੇ ਨਾਲ ਵਿਚਾਰ ਕੀਤੇ ਨੇ। ਗੁਰਬਾਣੀ ਦੇ ਕੋਈ ਵੀ ਵਿਚਾਰ ਨਹੀਂ ਕਰ ਸਕਦਾ, ਜਿੱਡਾ ਮਰਜੀ ਵਿਦਵਾਨ ਹੋ ਜਾਵੇ, ਜਿੰਨੇ ਮਰਜੀ ਉਹਦੇ ਅੰਦਰ ਗੁਣ ਹੋਣ, ਕਿਉਂਕਿ ਪਰਮਾਤਮਾ ਵਾਹਿਗੁਰੂ ਇੰਨਾ ਬੇਅੰਤ ਹੈ, ਇੰਨੇ ਗੁਣਾਂ ਦਾ ਮਾਲਕ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਸਮੁੰਦਰ ਦਾ ਪਾਣੀ ਤੋਲਿਆ ਮਿਣਿਆ ਨਹੀਂ
ਨਾ ਜਾ ਸਕਦਾ। ਇੰਨੇ ਗੁਣ ਨੇ ਉਸ ਪਰਮਾਤਮਾ ਦੇ, ਤੇ ਜਿਵੇਂ ਸਮੁੰਦਰ ਦਾ ਪਾਣੀ ਹੈ ਇੰਨੇ ਅਵਗੁਣ ਨੇ ਸਾਡੇ ਅੰਦਰ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਸਾਡੇ ਅੰਦਰ ਤੇ ਇੱਕ ਵੀ ਗੁਣ ਨਹੀਂ ਹੈ, ਤੇ ਅਸੀਂ ਉਸ ਪਰਮਾਤਮਾ ਵਾਹਿਗੁਰੂ ਦੇ ਗੁਣ ਕਿਵੇਂ ਬਿਆਨ ਕਰ ਸਕਦੇ ਆ। ਆਓ ਜੋ ਵਿਚਾਰਾਂ ਨੇ ਸਾਡੇ ਹਿਰਦਿਆਂ ਦੇ ਅੰਦਰ ਵਸ ਜਾਵਣ। ਗੁਰੂ ਸ਼ਬਦ ਦੇ ਵਾਸਤੇ ਗੁਰਮੁਖਾਂ ਵੱਲੋਂ ਸਤਿਕਾਰ ਆਇਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਆਓ ਬੜੇ ਪ੍ਰੇਮ ਤੇ ਸਤਿਕਾਰ ਦੇ ਨਾਲ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਸ਼ਬਦ ਦੀ ਸਮਾਪਤੀ ਕਰੀਏ ਜੀ। ਪਰ ਹਰਿ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਈ ਜੀਓ। ਜਿਉ ਭਾਵੈ ਤਿਉ ਰਾਖੋ ਹਰਿ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।